ਦੋਸਤੋ, ਪਹਿਲਾਂ ਤਾਂ ਮੈਂ ਇਸ ਚੀਜ਼ ਦੀ ਮਾਫੀ ਮੰਗ ਲਾਂ ਕਿ ਕੁਝ ਪ੍ਰੋਬਲਮਾਂ ਦੇ ਕਰਕੇ ਮੇਰੇ ਜਿਹੜੀ ਵੀਡੀਓ ਆ ਕੁਝ ਲੇਟ ਪਾ ਰਿਹਾ, ਜਿਹੜੀ ਕਿ 12 ਅਕਤੂਬਰ ਨਾਲ ਜੁੜੀ ਹੋਈ ਹੈ। 1920 ਨੂੰ 12 ਅਕਤੂਬਰ ਵਾਲੇ ਦਿਨ ਇੱਕ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਇੱਕ ਉਪਰਾਲਾ ਹੋਇਆ ਸੀਗਾ, ਇੱਕ ਜਿੱਤ ਹੋਈ ਸੀਗੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ। ਉਹਦੇ ਵਿੱਚ ਕੀ ਹੁੰਦਾ ਕਿ 1920 ਨੂੰ 10, 11 ਤੇ 12 3 ਦਿਨ ਮੀਟਿੰਗਾਂ ਚੱਲਦੀਆਂ ਰਹੀਆਂ, ਤੇ ਉਹ ਇਸ ਕਰਕੇ ਕਿ ਉਸ ਟਾਈਮ ਜਿਹੜੇ ਦਲਿਤ ਤੇ ਸਿੱਖ ਬੁੱਧੀਜੀਵੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਲੈ ਕੇ ਤੁਰੇ ਹੋਏ ਸੀ। ਤੇ ਉਸ ਤੋਂ ਪਹਿਲਾਂ ਜਿਹੜੇ ਦਲਿਤ ਵੀਰ ਆ ਉਹਨਾਂ ਦੀ ਨਾ ਤਾਂ ਉਹ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਨਾ ਤਾਂ ਉਹ ਮੱਥਾ ਟੇਕ ਸਕਦੇ ਸੀ, ਨਾ ਉਹ ਦਰਸ਼ਨ ਕਰ ਸਕਦੇ ਸੀ, ਤੇ ਨਾ ਹੀ ਉਹਨਾਂ ਦੀ ਦੇਗ ਚੜ੍ਹਦੀ ਸੀ। ਇਹ ਪਰੰਪਰਾ ਸੀ। ਤੇ ਉਹਦੇ ਵਿੱਚ ਗੁਰਪ੍ਰੀਤ ਸਿੰਘ ਜਿਹੜੇ ਆ ਸਿੱਖ ਗਲੋਬਲ ਕੌਂਸਲ ਦੇ ਪ੍ਰਧਾਨ, ਉਹਨਾਂ ਦਾ ਕਹਿਣਾ ਆ ਕਿ ਉਸ ਟਾਈਮ ਕੀ ਹੋਇਆ ਤੇ ਇੰਨੇ ਦਿਨ ਮੀਟਿੰਗਾਂ ਚੱਲਦੀਆਂ ਰਹੀਆਂ। ਉਸ ਤੋਂ ਬਾਅਦ ਖਾਲਸਾ ਕਾਲਜ ਦੇ ਸਟੂਡੈਂਟ ਤੇ ਪ੍ਰੋਫੈਸਰ ਤੇ ਹੋਰ ਦਲਿਤ ਤੇ ਸਿੱਖ ਜਥੇਬੰਦੀਆਂ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਮਾਰਚ ਕੱਢਿਆ ਉੱਥੇ। ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਦਾ ਜਿਹੜਾ ਪ੍ਰਸ਼ਾਸਨ ਸੀ ਤੇ ਉਹ ਜ਼ਿਆਦਾ ਪ੍ਰਸ਼ਾਸਨ ਦੇ ਵਿੱਚ ਜਿਹੜੇ ਸੀ ਗੋਰੇ ਸੀਗੇ, ਅੰਗਰੇਜ਼ ਸੀਗੇ, ਉਹਨਾਂ ਕੋਲ ਗੱਲ ਰੱਖੀ ਕਿ ਇਹ ਜੋ ਕੁਛ ਇੱਥੇ ਹੋ ਰਿਹਾ ਆ ਉਹ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਆ, ਸਿੱਖੀ ਦੇ ਉਲਟ ਆ। ਫਿਰ 12 ਤਰੀਕ ਨੂੰ ਇਹ ਜਿੱਤ ਹੁੰਦੀ ਆ ਤੇ ਦਰਬਾਰ ਸਾਹਿਬ ਤੋਂ ਲੈ ਕੇ ਅਕਾਲ ਤਖਤ, ਪਹਿਲਾਂ ਦਰਬਾਰ ਸਾਹਿਬ ਪ੍ਰਸ਼ਾਦ ਦੇਗ ਚੜਾਈ ਜਾਂਦੀ ਆ ਤੇ ਦਰਸ਼ਨ ਦੀਦਾਰੇ ਕੀਤੇ ਜਾਂਦੇ ਆ। ਉਸ ਤੋਂ ਬਾਅਦ ਫਿਰ ਅਕਾਲ ਤਖਤ ਤੇ ਵੀ ਇਸੇ ਤਰ੍ਹਾਂ ਹੁੰਦਾ ਆ। ਉਹਦੇ ਵਿੱਚ ਦੂਸਰੇ ਜਿਹੜੇ ਆ ਕਸ਼ਮੀਰ ਸਿੰਘ ਹੁੱਡਾ ਜੀ ਕਹਿੰਦੇ ਨੇ ਕਿ ਉਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਜੋ ਸੋਚ ਸੀ ਉਦੋਂ ਉਸ ਤੋਂ ਬਾਅਦ ਜਿਹੜੇ ਮਹੰਤਾਂ ਨੇ ਕਬਜ਼ਾ ਕਰ ਲਿਆ ਤਾਂ ਇਹ ਸਭ ਕੁਝ ਹੋਇਆ। ਤੇ ਮਹੰਤਾਂ ਦਾ ਉੱਥੇ ਕਬਜ਼ਾ ਹੋ ਗਿਆ, ਉੱਥੇ ਮੂਰਤੀ ਵੀ ਸਥਾਪਿਤ ਕੀਤੀਆਂ ਗਈਆਂ ਸੀਗੀਆਂ ਤੇ ਇਹ ਦਲਿਤਾਂ ਨੂੰ ਉੱਥੇ ਵੜਨ ਦੀ ਆਗਿਆ ਨਹੀਂ ਸੀ। ਜਿਹੜੇ ਕਸ਼ਮੀਰ ਸਿੰਘ ਹੁੱਡਾ ਜੀ ਕਹਿੰਦੇ ਨੇ ਕਿ ਉਹ ਹੁੰਦਾ ਕੀ ਆ, ਜਿਹੜੀ ਸਿੱਖ ਸਿਧਾਂਤ ਸੀਗੇ, ਸਿੱਖ ਮਰਿਆਦਾ ਸੀ, ਸਿੱਖ ਬਾਣੀ ਸੀਗੀ, ਕਹਿਣ ਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਜੋ ਸੋਚ ਸੀ ਉਹਦੇ ਬਿਲਕੁਲ ਉਲਟ ਚੱਲਦਾ ਸੀ। ਗੁਰੂਆਂ ਨੇ ਸਾਰੀ ਜ਼ਿੰਦਗੀ ਆਪਣਾ ਆਪ ਵਾਰ ਦਿੱਤਾ ਕਾਸਟਿਜ਼ਮ ਤੇ ਵਹਿਮ ਭਰਮ ਖਤਮ ਕਰਨ ਲਈ। ਪਰ ਹੁੰਦਾ ਕੀ ਆ, ਇੱਥੇ ਉਹਨਾਂ ਦਾ ਮੰਨਣਾ ਕਿ ਰੋਟੀ ਔਰ ਬੇਟੀ ਦੀ ਸਾਂਝ ਹੋਣੀ ਚਾਹੀਦੀ ਸੀ, ਜਿਹੜੀ ਕਿ ਨਹੀਂ ਹੋਈ। ਇੱਕ ਦੂਏ ਦੇ ਜਾਣੀ ਕਿ ਅੰਤਰਜਾਤੀ ਵਿਆਹ ਉਹ ਹੋਣੇ ਚਾਹੀਦੇ ਸਿੱਖ ਸਿਧਾਂਤਾਂ ਅਨੁਸਾਰ। ਤੇ ਉਸ ਤੋਂ ਬਾਅਦ ਕਾਫੀ ਚੱਲਦਾ ਰਿਹਾ। ਸਵਰਾਜ ਸਿੰਘ ਕਹਿੰਦੇ ਨੇ ਕਿ ਹੁੰਦਾ ਕੀ ਆ, ਜਦੋਂ ਹਰਾ ਇਨਕਲਾਬ ਆਉਂਦਾ ਆ ਉਹਦੇ ਵਿੱਚ ਕਈ ਫੇਰ ਬਦਲ ਹੋਏ। ਉਹਦੇ ਵਿੱਚ ਕੀ ਹੋਇਆ, ਪਹਿਲਾਂ ਅਸੀਂ ਜਿਹੜੇ ਉਹਨਾਂ ਦਾ ਮੰਨਣਾ ਕਿ ਜਿਹੜੇ ਅਸੀਂ ਜੱਟ ਪਹਿਲਾਂ ਸਿੱਖੀ ਸਿਧਾਂਤਾਂ ਨੂੰ, ਸਿੱਖੀ ਪਹਿਚਾਣ ਨੂੰ ਉੱਪਰ ਰੱਖਦੇ ਸੀ। ਉਸ ਤੋਂ ਬਾਅਦ ਕੀ ਹੋ ਗਿਆ ਕਿ ਆਪਣੇ ਆਪ ਨੂੰ ਜੱਟ ਸਿੱਖੀ ਤੋਂ ਉੱਪਰ ਮੰਨਣਾ ਸ਼ੁਰੂ ਕਰਤਾ, ਜਿਹਦੇ ਨਾਲ ਕਾਸਟਿਜ਼ਮ ਪੈਦਾ ਹੋਇਆ। ਤੇ ਉਹ ਫਿਰ ਹਜੇ ਵੀ ਇਹ ਜਿਹੜੇ ਬੁੱਧੀਜੀਵੀ ਦਾ ਮੈਂ ਨਾਮ ਲਿਆ, ਇਹ ਹਜੇ ਵੀ ਉਸ ਲੜਾਈ ਨੂੰ ਲੱਗੇ ਹੋਏ ਆ। ਉਹਨਾਂ ਨੇ 12 ਤਰੀਕ ਨੂੰ ਬੜੀ ਧੂਮਧਾਮ ਨਾਲ ਮਨਾਇਆ ਕਿ ਕਾਸਟਿਜ਼ਮ ਖਤਮ ਹੋਣੀ ਚਾਹੀਦੀ ਹੈ। ਉਹ ਕਹਿੰਦੇ ਸਾਡਾ ਇੱਕੋ ਗੱਲ ਤੇ ਜ਼ੋਰ ਲੱਗਾ, ਹਰ ਪਿੰਡ ਦੇ ਵਿੱਚ ਇੱਕ ਗੁਰੂ ਘਰ ਤੇ ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ, ਪਰ ਇਹੋ ਜਿਹਾ ਕੁਝ ਹੋ ਨਹੀਂ ਰਿਹਾ। ਮੇਰੇ ਨਜ਼ਰੀਏ ਮੁਤਾਬਕ ਜੇ ਮੰਨਿਆ ਜਾਵੇ ਤਾਂ ਤੁਸੀਂ ਸਾਰੀ ਜਿਹੜੀ ਸੋਚ ਆ ਗੁਰੂ ਗ੍ਰੰਥ ਸਾਹਿਬ ਦੀ, ਉਹ ਸਾਰੀ ਦੀ ਸਾਰੀ ਜਿਹੜੀ ਸੀਗੀ ਕਾਸਟਿਜ਼ਮ ਦੇ ਖਿਲਾਫ ਸੀ। ਉਹਦੇ ਵਿੱਚ ਸਾਰੀ ਉੱਭਰ ਕੇ ਆਈ। ਤਦੇ ਹਿੰਦੂ ਧਰਮ ਨਾਲੋਂ ਵੱਖਰਾ ਧਰਮ ਸਿੱਖ ਧਰਮ ਨੂੰ ਮੰਨਿਆ ਜਾਂਦਾ, ਸਿੱਖ ਮੱਤ ਨੂੰ ਮੰਨਿਆ ਜਾਂਦਾ। ਪਰ ਕੁਲਵੀਰ ਸਿੰਘ ਕੌੜਾ ਦੀ ਕਿਤਾਬ ਸੀ ਤੇ ਸਿੱਖ ਵੀ ਨਿਕਲਿਆ ਗਿਆ। ਜਦੋਂ ਉਹਨੂੰ ਪੜ੍ਹਦੇ ਆ ਬਿਲਕੁਲ ਇੱਦਾਂ ਲੱਗਦਾ ਕਿ ਬਿਲਕੁਲ ਸਿੱਖ ਵੀ ਨਿਕਲ ਗਏ। ਮਨੋਵਾਦੀ ਸੋਚ ਜਦੋਂ ਵਿੱਚ ਆ ਗਈ, ਮਨੋਵਾਦੀ ਸੋਚ ਦੇ ਕਾਰਨ ਉਹ ਜਿਹੜੇ ਮਹੰਤ ਸੀਗੇ ਉਹ ਉੱਥੇ ਸੀਗੇ। ਤੇ ਕਾਸਟਿਜ਼ਮ ਵੀ ਇਸ ਕਰਕੇ ਸੀ, ਜਿਹੜੀ ਹੁਣ ਵੀ ਮਨੂਵਾਦ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਘਰ ਕੀਤਾ, ਜਿਹੜਾ ਅਸੀਂ ਕੱਢਣਾ ਨਹੀਂ ਚਾਹੁੰਦੇ ਜਾਂ ਨਿਕਲ ਨਹੀਂ ਰਿਹਾ। ਕਾਰਨ ਕੀ? ਕਿਉਂਕਿ ਅਸੀਂ ਬਾਣੀ ਨੂੰ ਪ੍ਰੈਕਟੀਕਲ ਨਹੀਂ ਕਰਦੇ। ਪਹਿਰਾਵੇ ਜ਼ਰੂਰ ਪਾਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪ੍ਰੈਕਟੀਕਲ ਤੌਰ ਤੇ ਬਹੁਤ ਘੱਟ ਆ। ਹੁਣ ਅੱਗੇ ਜਿਹੜੇ ਪ੍ਰਚਾਰਕ ਆ
ਹਰਿਮੰਦਰ ਸਾਹਿਬ ਜਾਂ ਜਿਹੜੇ ਸਿੱਖ ਧਾਮ ਆ ਉਹਨਾਂ ਤੇ ਜੋ ਵੀ ਹੈਗੇ ਪ੍ਰਚਾਰਕ ਹੈ ਜਿਹੜੇ, ਤੇ ਜਿਹੜੇ ਕੀਰਤਨੀਆਂ, ਜਿਹੜੇ ਰਾਗੀ ਆ, ਜਿਹੜੇ ਢਾਡੀ ਆ, ਜਿਹੜੇ ਤਨਖਾਹੀਏ ਆ, ਤੇ ਜਿਹੜੇ ਮੈਂਬਰ ਬਣਦੇ ਆ, ਉਹਨਾਂ ਤੇ ਇੱਕ ਸ਼ਰਤ ਲਾਗੂ ਹੋਣੀ ਚਾਹੀਦੀ ਸੀ ਵੀ ਉਹੀ ਮੈਂਬਰ ਬਣ ਸਕਦਾ, ਉਹੀ ਉੱਥੇ ਤਨਖਾਹੀਆ ਰਹਿ ਸਕਦਾ, ਉਹੀ ਕੀਰਤੀਆਂ ਹੋਊਗਾ, ਉਹੀ ਸੇਵਾ ਕਰ ਸਕਦੇ ਜਿਨ੍ਹਾਂ ਨੇ ਆਪਣੇ ਬੇਟੇ ਜਾਂ ਬੇਟੀ ਦਾ ਆਪਣੀ ਕਾਸਟ ਤੋਂ ਬਾਹਰ ਵਿਆਹ ਸਿੱਖ ਮਰਿਆਦਾ ਨਾਲ ਕੀਤਾ ਹੋਣਾ ਚਾਹੀਦਾ ਉਹ ਵੀ। ਪਰ ਇਹੋ ਜਿਹਾ ਕੁਛ ਨਹੀਂ ਹੋਇਆ, ਕੋਈ ਬੰਦਿਸ਼ਾਂ ਨਹੀਂ ਲਾਈਆਂ ਗਈਆਂ। ਤੇ ਇਹ ਕਾਰਨ ਹੋਇਆ ਕਿ ਜਿੰਨਾ ਚਿਰ ਇਹ ਅੰਤਰਜਾਤੀ ਵਿਆਹ ਨਹੀਂ ਹੁੰਦੇ ਸਿੱਖ ਮਰਿਆਦਾ ਦੇ ਅਨੁਸਾਰ, ਸਿੱਖ ਧਰਮ ਦੇ ਵਿੱਚ ਆਪਾਂ ਰੋਟੀ ਔਰ ਬੇਟੀ ਦੀ ਸਾਂਝ ਨਹੀਂ ਕਰਦੇ, ਉਨਾ ਚਿਰ ਜਾਤ ਪਾਤ ਟੁੱਟਣਾ ਬੜਾ ਮੁਸ਼ਕਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਇਦ ਵਾਲਿਆਂ ਨੂੰ ਸ਼ਾਇਦ ਯਾਦ ਹੋਵੇ ਜਾਂ ਨਾ ਯਾਦ ਹੋਵੇ, ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕੀਤਾ ਸੀ ਜਦੋਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਸੀਗਾ ਤੇ ਉਹ ਅੰਦਰ ਸੀ, ਜਦੋਂ ਪਹਾੜੀ ਰਾਜਿਆਂ ਦੀਆਂ ਸ਼ਰਤਾਂ ਸੀ ਜਿਨ੍ਹਾਂ ਵਿੱਚੋਂ ਇੱਕ ਸ਼ਰਤ ਤੇ ਗੁਰੂ ਗੋਬਿੰਦ ਸਿੰਘ ਜੀ ਅੜ ਗਏ ਸੀਗੇ, ਤੇ ਉਹਨੇ ਮਾਤਾ ਗੁਜਰੀ ਨਾਲ ਵੀ ਗੱਲ ਕੀਤੀ ਸੀ ਇਸ ਵਿਸ਼ੇ ਤੇ ਕਿ ਪਹਾੜੀ ਰਾਜੇ ਇਹ ਕਹਿੰਦੇ ਆ ਕਿ ਬਾਟਾ ਵੱਖਰਾ ਹੋਣਾ ਚਾਹੀਦਾ ਤੇ ਪੰਗਤ ਵੱਖਰੀ ਹੋਣੀ ਚਾਹੀਦੀ, ਜੇ ਤੇ ਮਾਤਾ ਗੁਜਰੀ ਨੇ ਬਿਲਕੁਲ ਨਾ ਕਰ ਦਿੱਤੀ ਸੀ, ਕਹਿੰਦੇ ਨਹੀਂ ਇਹੋ ਜਿਹਾ ਕੁਛ ਨਹੀਂ ਹੋਣਾ, ਬਾਟਾ ਇੱਕ ਹੀ ਚੱਲੂਗਾ, ਬਾਟਾ ਇੱਕ ਹੀ ਹੋਣਾ ਚਾਹੀਦਾ ਤੇ ਪੰਗਤ ਵੀ ਇੱਕ ਹੀ ਹੋਣੀ ਚਾਹੀਦੀ ਹੈ। ਤੇ ਉਹਨਾਂ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਕਾਸਟਿਜ਼ਮ ਖਤਮ ਕਰਨ ਦੇ ਲਈ, ਜਾਤ ਪਾਤ ਖਤਮ ਕਰਨ ਦੇ ਲਈ, ਵਹਿਮ ਭਰਮ ਖਤਮ ਕਰਨ ਦੇ ਲਈ। ਪਰ ਅਸੀਂ ਕੀ ਕੀਤਾ, ਮੈਂ ਕਹਿੰਦਾ ਆਪਣੇ ਤੌਰ ਤੇ ਮੈਂ ਮੰਨਦਾ ਕਿ ਜੇ ਜਿਹੜਾ ਗੁਰੂਆਂ ਦੀ ਇਹ ਫਿਲਾਸਫੀ ਸੀਗੀ, ਜਿਹੜਾ ਉਹ ਇਹ ਕਾਫਲਾ ਲੈ ਕੇ ਤੁਰੇ ਸੀਗੇ, ਜਿਹੜਾ ਉਹਨਾਂ ਦਾ ਬੇੜਾ ਸੀਗਾ, ਜਿਹੜਾ ਅੱਗੇ ਜਾਣਾ ਚਾਹੀਦਾ ਸੀ, ਉਹਨੂੰ ਜਾਤ ਪਾਤ ਮੰਨਣ ਵਾਲੇ ਲੋਕਾਂ ਨੇ ਮਨੂਵਾਦ ਦੇ ਕਲਾਵੇ ਵਿੱਚ ਬੈਠ ਕੇ ਉਹਨੂੰ ਪਿਛਾਂ ਨੂੰ ਜਾਣ ਦਿੱਤਾ। ਚੰਗਾ ਹੁੰਦਾ ਜੇ ਉਹ ਬੇੜੇ ਨੂੰ ਉੱਥੇ ਵੀ ਖੜਾ ਰਹਿਣ ਦਿੰਦੇ, ਪਰ ਨਹੀਂ, ਅੱਗੇ ਕੀ ਜਾਣਾ ਸੀ ਇਹਨਾਂ ਨੂੰ ਪਿੱਛੇ ਨੂੰ ਲੈਣ ਦਾ। ਉਹਦੀ ਦੇਣ ਹਰ ਪਿੰਡ ਦੇ ਵਿੱਚ ਇੰਨੇ ਗੁਰਦੁਆਰੇ, ਉਹਦੀ ਦੇਣ ਆ ਵੱਖਰੇ ਵੱਖਰੇ ਸ਼ਮਸ਼ਾਨ ਘਾਟ, ਤੇ ਉਹਦੀ ਦੇਣ ਆ ਜਾਤ ਪਾਤ ਦਾ ਹੰਕਾਰ। ਮੰਨੋ ਚਾਹੇ ਨਾ ਮੰਨੋ, ਸਿੱਧੇ ਤੌਰ ਤੇ ਮਨੂਵਾਦ ਦੀ ਬੁੱਕਲ ਦੇ ਵਿੱਚ ਬੈਠੇ ਹੋਏ ਲੋਕ ਆ। ਮੈਂ ਦੱਸਣਾ ਚਾਹੁੰਦਾ ਕਿ ਬੜਾ ਇਤਿਹਾਸਕ ਦਿਨ ਸੀ, ਜਿਸ ਦਿਨ 12 ਅਕਤੂਬਰ 1920 ਵਾਲਾ ਦਿਨ, ਜਿੱਦਣ ਇਹ ਸਿੱਖੀ ਸਿਧਾਂਤਾਂ ਨੂੰ ਮੰਨਣ ਵਾਲਿਆਂ ਦੀ ਜਿੱਤ ਹੋਈ ਸੀਗੀ। ਤੇ ਉਹ ਖਾਲਸਾ ਕਾਲਜ ਦੇ ਪ੍ਰੋਫੈਸਰ ਤੇ ਸਟੂਡੈਂਟਾਂ ਦਾ ਮੈਂ ਧੰਨਵਾਦ ਕਰਦਾ, ਉਹ ਬੁੱਧੀਜੀਵੀਆਂ ਦਾ ਧੰਨਵਾਦ ਕਰਦਾ, ਉਹ ਸਿੱਖਾਂ ਵਿਦਵਾਨਾਂ ਦਾ ਧੰਨਵਾਦ ਕਰਦਾ, ਉਹ ਦਲਿਤ ਵਿਦਵਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜੰਗ ਲੜੀ ਔਰ ਜਿੱਤੀ। ਸਭ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਇਹ ਦਿਨ ਨੂੰ ਕਦੀ ਨਹੀਂ ਭੁਲਾਉਣਾ ਚਾਹੀਦਾ। ਪਰ ਜਿਹੜੇ ਉਸ ਟਾਈਮ ਬੁੱਧੀਜੀਵੀ ਸੀ 100 ਸਾਲ ਪਹਿਲਾਂ, ਕਿ ਹੁਣ ਵੀ ਉਹ ਪੈਦਾ ਹੋ ਸਕਦੇ, ਉਹਨਾਂ ਨੇ ਸਿੱਖੀ ਸਿਧਾਂਤ ਨੂੰ, ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਵਿਚਾਰਧਾਰਾ ਨੂੰ ਪੜ੍ਹਿਆ, ਉਹਨੂੰ ਅਡਾਪਟ ਕੀਤਾ। ਮੈਂ ਇਹ ਬੇਨਤੀ ਕਰਦਾ ਕਿ ਹੁਣ ਵੀ ਇਹੋ ਜਿਹੀਆਂ ਜੰਗਾਂ ਦੀ ਲੋੜ ਹੈ, ਇਹੋ ਜਿਹੇ ਹੱਕਾਂ ਦੀ ਲੋੜ ਹੈ। ਜ਼ਿਆਦਾਤਰ ਜਿਹੜੀਆਂ ਕਮੇਟੀਆਂ ਉਹ ਰਾਜਨੀਤੀ ਦੇ ਹੱਥੇ ਚੜ੍ਹ ਗਈਆਂ, ਮਨੂਵਾਦ ਦੇ ਹੱਥੇ ਚੜ੍ਹ ਗਈਆਂ। ਸਭ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਦਿਲੋਂ ਸਲਾਮ ਕਰਦਾ ਉਹ ਬੁੱਧੀਜੀਵੀਆਂ ਨੂੰ ਜਿਨ੍ਹਾਂ ਨੇ ਇਹ ਜੰਗ ਲੜੀ ਔਰ ਜਿੱਤੀ।